ਤਸਵੀਰਾਂ ਨੇ ਉਸ ਮਰੂਤੀ 800 ਦੀਆਂ ਤੁਸੀਂ ਵੇਖ ਸਕਦੇ ਹੋ ਕਿ ਇਸ ਮਰੂਤੀ ਦੀ ਹੈਡਲਾਈਟਾਂ ਨਹੀਂ ਹੈਗੀਆਂ। ਜੇਕਰ ਕੰਪੇਨਿੰਗ ਕਰਨ ਰਾਤ ਨੂੰ ਘਰੋਂ ਨਿਕਲਦੇ ਨੇ ਤੇ ਕਿਸ ਤਰ੍ਹਾਂ ਕੋਈ ਵੀ ਭਾਣਾ ਵਰਤ ਸਕਦਾ ਵਾ। ਲਾਈਟ ਵੀ ਨਹੀਂ ਚੱਲਦੀ ਗੱਡੀ ਦੀ, ਪਰ ਫਿਰ ਵੀ ਜਨੂਨ ਇੰਨਾ ਵਾ ਕਿ ਇੱਕ ਵਾਰੀ ਜਿੱਤ ਪ੍ਰਾਪਤ ਕਰਨੀ ਹੈ ਤੇ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਲਈ ਬਾਹਰ ਆਣਾ ਵਾ। ਲੋਕਾਂ ਦੀ ਸੇਵਾ ਕਰਨੀ ਹੈ, ਨਾ ਕਿ ਜੇਬਾਂ ਭਰਨੀਆਂ ਵਾ। ਕਿਸ ਤਰ੍ਹਾਂ ਮਨ 'ਚ ਵਿਚਾਰ ਆਇਆ कि मैं भी इलैक्शनां दे खड़े होवां। जो रवायती पार्टियां जो चल रही हैं सिर्फ वो अपने स्वार्थ वास्ते कर रही वा। साडे बटाले दी शहर दी पंजाबी जनता इन्नी कुछ परेशान है, बिना किसी करप्शन तो कोई काम बटाले च नहीं हो रहा, किसी का भी बिना किसी लालच तो कोई काम नहीं करता। तो जनता बहुत परेशान है। जो सरकारी सहूलतां वगैरह मिलदियां वो भी प्रॉपर तरीके नहीं मिलदियां, वो अपने सिर्फ सांझा वालियां नूं दित्तियां जांदियां, भेदभाव रखते हैं। फिर इस मन च यही ऐसी चीज़ एक आई है भी नहीं क्यों नहीं जनता हो रही है, जनता ਨੂੰ ਅਸੀਂ ਰਾਹਤ ਦਿਵਾਉਂਦੇ ਆ। ਅਸੀਂ ਇਹ ਖੁਦ ਕਿਉਂ ਨਹੀਂ ਇਹ ਕੰਮ ਕਰ ਜਨਤਾ ਸੇਵਾ ਕਿਉਂ ਨਹੀਂ ਕਰ ਸਕਦੇ। ਗੱਡੀ ਨੂੰ ਤਾਂ ਜਦੋਂ ਐ ਹੀ ਧੱਕਾ ਲਾ ਕੇ ਸਟਾਰਟ ਕਰਨੀ ਵੀ ਗੱਡੀ ਨਹੀਂ ਲੋਗੇ। ਪਹਿਲਾਂ ਲੋਕਾਂ ਨੇ ਤੇ ਮਹਿੰਗੀਆਂ ਲੀਡਰਾਂ ਨੇ ਗੱਡੀਆਂ ਰੱਖੀਆਂ, ਕਿਸੇ ਦੇ ਥੱਲੇ ਫਾਰਚੂਨਰ ਆ ਅਤੇ ਕਿਸੇ ਦੇ ਥੱਲੇ ਸਕਾਰਪੀਓ। ਲੀਡਰਾਂ ਥੱਲੇ ਤੇ ਮਹਿੰਗੀਆਂ ਗੱਡੀਆਂ, ਪਰ ਬਾਕੀ ਜਿੰਨਾ ਜਿਹੜੇ ਲੀਡਰ ਬਣਾਉਂਦੇ ਨੇ ਕੁਰਸੀਆਂ 'ਤੇ ਬਿਠਾਉਂਦੇ ਜਨਤਾ, ਪਰ ਉਹਨਾਂ ਵੱਲ ਵੀ ਦੇਖਣਾ ਚਾਹੀਦਾ ਉਹਨਾਂ ਦੀ ਕੀ ਕੰਡੀਸ਼ਨ ਆ। ਚੜ ਖੰਭਿਆਂ ਦੀਆਂ ਟੈਂਕੀਆਂ ਚੜ ਖਾਂਦੇ, ਡਾਂਗਾ ਸੁੱਟਦੇ ਖਾਂਦੇ, ਅਤਿਆਚਾਰ ਸਾਡੇ ਧੀਆਂ ਭੈਣ ਹੋ ਰਿਹਾ ਵਾ। ਮੁਲਾਜ਼ਮ ਜੋ ਸਾਰਾ ਰੋਡ ਤੇ ਲੈਣ ਤਾਂ ਇਹਨਾਂ ਰਵਾਇਤੀ ਪਾਰਟੀਆਂ ਨੇ, ਸਰਕਾਰਾਂ ਨੇ। ਇਹ ਸਿਰਫ ਆਪਣੇ ਸਵਾਸਥ ਰੱਖਦੇ ਨੇ, ਜਨਤਾ ਨਾਲ ਕੋਈ ਫਿਕਰ। ਜਿਹੜੀ ਜਨਤਾ ਸਾਨੂੰ ਏਡੇ ਵੱਡੇ ਤਾਜ ਤੇ ਸੀਟ ਤੇ ਬਿਠਾਉਂਦੀ ਆ, ਜਿਨ੍ਹਾਂ ਸਾਨੂੰ ਮਤ ਦਾ ਦਾਨ ਦੇ ਕੇ ਸਾਰਾ ਕੁਝ ਸਾਡੇ ਵਾਸਤੇ ਕਰਦੀ ਆ, ਐਸ਼ੋ ਤੇ ਲੀਡਰ ਕਰਦੇ ਨੇ ਤੇ ਜਨਤਾ ਫਿਰ ਗਲੀਆਂ ਨਾਲੀਆਂ ਜੋਗੀ ਰਹਿ ਜਾਂਦੀ ਆ ਜੀ, ਜਾਂ ਆਟੇ ਜੋਗੀ ਰਹਿ ਜਾਂਦੀ ਆ। ਇਹਨਾਂ ਨੂੰ ਫਿਰ 5 ਸਾਲ ਵਾਸਤੇ ਬਸ ਧੱਕਿਆਂ ਜੋਗੇ ਰਹਿ ਜਾਂਦੇ ਆ। ਮੈਂ 12 ਮਹੀਨੇ ਮੈਦਾਨ 'ਚ ਰਹਿੰਦਾ ਵਾ। ਇਹ ਬਰਸਾਤੀ ਡੱਡੂ ਜੋ ਰਵਾਇਤੀ ਪਾਰਟੀਆਂ ਪਹਿਲਾਂ ਚੱਲ ਰਹੀਆਂ, ਰਵਾਇਤੀ ਬਰਸਾਤੀ ਡੱਡੂ ਇਸ ਵੋਟਾਂ ਦੇ ਦੌਰਾਨ ਬਾਹਰ ਨਿਕਲਦੇ ਨੇ। ਪਹਿਲਾਂ ਨਜ਼ਰ ਨੇ ਤੁਸੀਂ ਪੂਰੇ ਬਟਾਲੇ ਸਰਵੇ ਮੇਰਾ ਕਰਕੇ ਵੇਖੋ, ਕਿਸੇ ਦਫ਼ਤਰ ਦੇ ਵਿੱਚ, ਕਿਤੇ ਸੇਵਾ ਕੇਂਦਰ ਦੇ ਵਿੱਚ, ਕਿਤੇ ਬਿਜਲੀ ਬੋਰਡ, ਕਿਸੇ ਪ੍ਰਸ਼ਾਸਨ ਨੂੰ ਪੁੱਛ ਕੇ ਦੇਖੋ ਵੀ ਇਹ ਬੰਦੇ ਨੂੰ ਜਾਣਦੇ, ਸੁਖਚੈਨ ਸਿੰਘ ਨੂੰ ਜਾਣਦੇ। ਜੋ ਕਿਸੇ ਬੰਦੇ ਨੂੰ ਸਰਵੇ ਕਰਕੇ ਵੇਲੇ ਵੀ ਗੱਡੀ 'ਚ 5000 ਬੰਦਾ ਡਾਟਾ ਪਿਆ ਵਾ, ਚੈੱਕ ਕਰ ਸਕਦੇ ਤੁਸੀਂ। ਜਿਹੜਾ ਕਦੀ ਪਾਣੀ ਦਾ ਘੁੱਟ ਤੋਂ ਪੀਤੇ ਬਗੈਰ ਹਰ ਇੱਕ ਦਾ ਕੰਮ ਕਰਾਇਆ, ਸਹੂਲਤ ਕਰਾਈ, ਆਪ ਖੜਿਆ ਰੋਡ ਤੇ। ਜਦੋਂ ਇਲੈਕਸ਼ਨਾਂ ਦਾ ਦੌਰ ਹੁੰਦਾ ਨਾ, 1-2 ਦਿਨ ਪਹਿਲਾਂ ਆਟਾ ਵੰਡਣਾ ਸ਼ੁਰੂ ਕਰ ਦਿੰਦੇ, ਸ਼ਰਾਬਾਂ ਵੰਡਣੀਆਂ ਸ਼ੁਰੂ ਕਰ ਦਿੰਦੇ ਨੇ। ਰਾਜਨੀਤੀ ਬਦਲਣੀ ਆ, ਕਰਨੀ ਨਹੀਂ ਹੈਗੀ। ਇਹ 12 ਮਹੀਨੇ ਹੀ ਵੇਖੋ ਸ਼ਰਾਬ ਪੀਂਦੇ, ਆਟਾ ਵੀ ਖਾਣਾ। ਮੈਂ 12 ਮਹੀਨੇ ਚੋਂ ਨਾ ਆਪਣੇ ਘਰ ਬਹਿ ਕੇ ਇੱਜ਼ਤ ਖਾਓ, ਟੂਟਾ ਫੜ ਕੇ ਅੱਜ 4 ਦਿਨ ਵਾਸਤੇ ਆਪਣਾ ਢਿੱਡ ਭਰ ਕੇ ਉਹ ਤੇ ਪੀ ਲੈਂਦੇ। ਬਾਕੀ ਉਹਦੇ ਪਿੱਛੇ ਘਰ ਵੀ ਝਾਤੀ ਮਾਰੋ। ਲੇਡੀਜ਼ ਦੇ ਬੱਚਿਆਂ ਦਾ ਕੀ ਹਾਲ ਹੁੰਦਾ ਵਾ। ਅਸੀਂ ਤੇ 4 ਦਿਨ ਰੋਟਾ ਆਨੰਦ ਲੈ ਲੈਂਦੇ ਆ। ਲੱਗਦਾ ਨਹੀਂ ਕਿ ਕਿਤੇ ਮੇਰਾ ਵੀ ਉਹੀ ਹਾਲ ਨਾ ਹੋਏ। ਜਲੰਧਰ ਵਾਲਾ ਕੈਂਡੀਡੇਟ ਖੜਾ ਹੈ, ਯਾਦ ਹੋਣਾ ਦਾ ਨੀਟੂ ਸ਼ਟਰਾਂ ਵਾਲਾ, ਉਹ ਕੰਮ ਨਾ ਹੋ ਜਾਏ ਕਿਤੇ ਕਿ ਬਕਸੇ ਦੇ ਵਿੱਚੋਂ ਮੁੜ ਕੇ 5 ਵੋਟਾਂ ਹੀ ਨਿਕਲਣ। ਵੀ ਇਹ ਤਾਂ ਜਨਤਾ ਦੇ ਹੱਥ ਵਾਸਤੇ ਆ। ਵੇਖੋ ਮੈਂ ਤੇ ਕੋਈ ਵੀ ਆਸ ਦੇ ਸਿਰ ਤੇ ਕੋਈ ਵੀ ਕੰਮ ਕਰਦਾ, ਜਿੰਦਾ ਵੀ ਤੇ ਆਸ ਦੇ ਸਿਰ ਤੇ ਆ। ਬਾਕੀ ਉਹ ਜਨਤਾ ਦੇ ਹੱਥ ਵਾਸਤੇ ਆ। ਜੇ ਚਾਹੁੰਦੇ ਆ ਸਦਾ ਵਾਸਤੇ ਸਹੂਲਤਾਂ ਲੈਣ, ਪੂਰੇ ਸਰਕਾਰੀ ਫੈਸਿਲਿਟੀਆਂ ਪੂਰੀਆਂ ਦਵਾਵਾਂਗਾ, ਕਰਾਂਗਾ, ਮੈਡੀਕਲ ਸਹੂਲਤਾਂ ਦਵਾਵਾਂਗਾ, ਐਜੂਕੇਸ਼ਨ ਤੇ ਪੂਰਾ ਧਿਆਨ ਦੇਵਾਂਗਾ ਬਿਨਾਂ ਕਿਸੇ ਭੇਦਭਾਵ ਤੋਂ। ਦੋ 2022 ਵਿਧਾਨ ਸਭਾ ਦੇ ਚੋਣਾਂ ਦਾ ਡੰਕਾ ਵੱਜਣ ਤੋਂ ਬਾਅਦ ਮੈਦਾਨ ਦੇ ਵਿੱਚ, ਇਸ ਚੋਣ ਮੈਦਾਨ ਦੇ ਵਿੱਚ ਕਈ ਤਰ੍ਹਾਂ ਦੇ ਲੀਡਰ ਇਸ ਦੰਗਲ ਦੇ ਵਿੱਚ ਉਤਰੇ ਨੇ। ਸੋ ਗੱਲਬਾਤ ਕਰਾਂਗੇ ਅੱਜ ਉਸ ਦੰਗਲ ਦੇ ਵਿੱਚ ਉਤਰੇ ਨੇ ਪੰਜਾਬ ਕਿਸਾਨ ਦਲ ਵੱਲੋਂ ਸੁਖਚੈਨ ਸਿੰਘ ਦੇ ਘਰ ਅਸੀਂ ਪਹੁੰਚੇ ਹਾਂ। ਉਹ ਘਰ ਦੀਆਂ ਤਸਵੀਰਾਂ ਨੇ। ਇੱਕ ਸਧਾਰਨ ਜੇ ਪਰਿਵਾਰ ਤੋਂ ਬਿਲੋਂਗ ਕਰਦਾ ਵਾ ਸੁਖਚੈਨ ਸਿੰਘ ਇੱਕ ਸਧਾਰਨ ਜੇ ਪਰਿਵਾਰ ਤੋਂ ਬਿਲੋਂਗ ਕਰਦਾ ਵਾ ਅਤੇ ਇਲੈਕਸ਼ਨਾਂ ਦੇ ਇਸ ਦੰਗਲ ਦੇ ਵਿੱਚ ਉਤਰਿਆ ਵਾ ਅਤੇ ਦਾਅਵਾ ਕਰਦੇ ਨੇ ਕਿ ਸੀਟ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਣਗੇ। ਸੋ ਤਸਵੀਰਾਂ ਨੇ ਇਸ ਮਰੂਤੀ 800 ਦੀਆਂ। ਸ਼ਾਇਦ ਬਹੁਤ ਘੱਟ ਅੱਜ ਦੇਖਣ ਨੂੰ ਮਿਲਦੀ ਹੈ ਕਾਰ ਮਰੂਤੀ 800। ਇਸ ਗੱਡੀ ਦੇ ਉੱਤੇ ਕੰਪੇਨਿੰਗ ਕਰਦੇ ਨੇ ਮਾਂ ਪੁੱਤ ਦੋਨੇ ਨਿਕਲਦੇ ਨੇ ਘਰ ਤੋਂ ਅਤੇ ਕੰਪੇਨਿੰਗ ਕਰਦੇ ਨੇ ਇਲੈਕਸ਼ਨਾਂ ਵਾਸਤੇ। ਘਰ ਘਰ ਜਾ ਕੇ, ਪਿੰਡ ਜਾ ਕੇ ਵੋਟਾਂ ਮੰਗਦੇ ਨੇ ਹੱਥ ਜੋੜ ਕੇ ਕਿ ਇਸ ਵਾਰ ਸਾਨੂੰ ਵੀ ਮੌਕਾ ਦਿਓ, ਅਸੀਂ ਲੋਕਾਂ ਦੇ ਉਹ ਕੰਮ ਕਰਾਂਗੇ ਸੋ ਜਿਹੜੇ ਨਹੀਂ ਹੋਏ। ਸੋ ਤਸਵੀਰਾਂ ਨੇ ਉਸ ਮਰੂਤੀ 800 ਦੀਆਂ ਤੁਸੀਂ ਵੇਖ ਸਕਦੇ ਹੋ ਕਿ ਇਸ ਮਰੂਤੀ ਦੀ ਹੈਡਲਾਈਟਾਂ ਨਹੀਂ ਹੈਗੀਆਂ। ਜੇਕਰ ਕੰਪੇਨਿੰਗ ਕਰਨ ਰਾਤ ਨੂੰ ਘਰੋਂ ਨਿਕਲਦੇ ਨੇ ਤੇ ਕਿਸ ਤਰ੍ਹਾਂ ਕੋਈ ਵੀ ਭਾਣਾ ਵਰਤ ਸਕਦਾ ਵਾ। ਲਾਈਟ ਵੀ ਨਹੀਂ ਚੱਲਦੀ ਗੱਡੀ ਦੀ, ਪਰ ਫਿਰ ਵੀ ਜਨੂਨ ਇੰਨਾ ਵਾ ਕਿ ਇੱਕ ਵਾਰੀ ਜਿੱਤ ਪ੍ਰਾਪਤ ਕਰਨੀ ਹੈ ਤੇ ਜਿੱਤ ਪ੍ਰਾਪਤ ਕਰਕੇ ਲੋਕਾਂ ਦੀ ਸੇਵਾ ਲਈ ਬਾਹਰ ਆਣਾ ਵਾ। ਲੋਕਾਂ ਦੀ ਸੇਵਾ ਕਰਨੀ ਹੈ, ਨਾ ਕਿ ਜੇਬਾਂ ਭਰਨੀਆਂ ਵਾ। ਲੋਕਾਂ ਦੀ ਸੇਵਾ ਸਿਰਫ ਤੇ ਸਿਰਫ ਇੱਕੋ ਹੀ ਸੁਪਨਾ ਵਾ ਕਿ ਲੋਕਾਂ ਦੀ ਸੇਵਾ ਕਰਨੀ ਹੈ। ਸੋ ਇਸੇ ਤਰ੍ਹਾਂ ਹੀ ਇਸੇ ਮਰੂਤੀ ਗੱਡੀ ਦੀ
ਥਾਂ ਥਾਂ ਚਰਚਾ ਹੋ ਰਹੀ ਹੈ ਕਿ ਮਰੂਤੀ ਗੱਡੀ ਦੇ ਮਾਂ ਪੁੱਤ ਨਿਕਲਦੇ ਨੇ ਘਰੋਂ ਕੰਪੇਨਿੰਗ ਕਰਨ ਦੇ। ਸੋ ਲਾਈਟ ਅਗਲੀਆਂ ਤੇ ਮੈਂ ਆਪਣੇ ਦਰਸ਼ਕਾਂ ਨੂੰ ਦਿਖਾਤੀਆਂ, ਪਰ ਪਿਛਲੀਆਂ ਵੀ ਲਾਈਟਾਂ ਨਹੀਂ ਚੱਲਦੀਆਂ। ਹੁਣ ਉਹਦੇ ਪਿੱਛੇ ਇੱਕ ਸਲੋਗਨ ਲਿਖਿਆ ਗਿਆ ਬੜਾ ਵਧੀਆ, ਪਿਛਲੀ ਲਾਈਟ ਵੀ ਵੇਖ ਲਓ ਇੱਕ ਵਾਰੀ, ਪਿਛਲੀਆਂ ਲਾਈਟਾਂ ਵੀ ਗੱਡੀ ਦੀਆਂ ਨਹੀਂ ਹੈਗੀਆਂ। ਇੱਕ ਸਲੋਗਨ ਲਿਖਿਆ ਬੜਾ ਵਧੀਆ, ਅਸੀਂ ਉੱਡਦੇ ਆਸਰੇ ਤੇਰੇ। ਹੁਣ ਪਤਾ ਨਹੀਂ ਆਸਰੇ ਗੱਡੀ ਉੱਡਦੀ ਆ ਕਿ ਕੀ ਨਾਂ ਸੁਖਚੈਨ ਸਿੰਘ ਉੱਡਦਾ ਵਾ, ਅਸੀਂ ਉੱਡਦੇ ਆਸਰੇ ਤੇਰੇ। ਪਤਾ ਨਹੀਂ ਹੁਣ ਸੁਖਚੈਨ ਸਿੰਘ ਉੱਡਦਾ ਆਸਰੇ ਜਾਂ ਫਿਰ ਇਸ ਗੱਡੀ ਦੇ ਲਈ ਕਰਕੇ ਲਿਖਿਆ ਵਾ ਕਿ ਗੱਡੀ ਵੀ ਵਿਚਾਰੀ ਪਰਮਾਤਮਾ ਦੇ ਆਸਰੇ ਹੀ ਚੱਲਦੀ ਏ। ਸੋ ਗੱਲਬਾਤ ਵੀ ਕਰਦੇ ਹਾਂ ਚੱਲ ਕੇ ਸੁਖਚੈਨ ਸਿੰਘ ਦੇ ਨਾਲ, ਕਿਸ ਤਰ੍ਹਾਂ ਜਨੂਨ ਆਇਆ ਵਾ ਕਿ ਮੈਂ ਵੀ ਇਲੈਕਸ਼ਨਾਂ ਦੇ ਉੱਤੇ ਖੜਾ ਹੋਵਾਂ ਅਤੇ ਸੀਟ ਜਿੱਤ ਕੇ ਲੋਕਾਂ ਦੀ ਸੇਵਾ ਕਰਾਂ। ਸਤਿ ਸ਼੍ਰੀ ਅਕਾਲ ਸੁਖਚੈਨ ਜੀ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਮਨ 'ਚ ਵਿਚਾਰ ਆਇਆ ਕਿ ਮੈਂ ਵੀ ਇਲੈਕਸ਼ਨਾਂ ਦੇ ਖੜੇ ਹੋਵਾਂ? ਇਹ ਸਭ ਤੋਂ ਪਹਿਲਾਂ ਤਾਂ ਵੇਖੋ ਚੌਥਾ ਥੰਮ ਜੋ ਮੀਡੀਆ ਵਾ ਉਹਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਹੜੀ ਸਾਡੀ ਭਾਵਨਾ ਨੂੰ ਦੂਰ ਤੋਂ ਜਨਤਾ ਤੱਕ, ਪੰਜਾਬ ਦੇ ਤੱਕ ਸਾਡੀ ਆਵਾਜ਼ ਨੂੰ ਪਹੁੰਚਾਉਂਦੇ ਨੇ। ਇਹਨਾਂ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਆਪਣੀ ਪੂਰੀ ਟੀਮ ਵੱਲੋਂ, ਪੰਜਾਬ ਪਸੰਦ ਵੱਲੋਂ ਧੰਨਵਾਦ ਕਰਦਾ। ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਜਨੂਨ ਆਇਆ ਜਾਂ ਕਿਸ ਤਰ੍ਹਾਂ ਸ਼ੌਂਕ ਪੈਦਾ ਇਸ ਚੀਜ਼ ਕਰਨ ਦਾ। ਸਾਡੇ ਪੰਜਾਬ ਦੇ ਸ਼ਹਿਰ ਦੇ ਮੁਹੱਲੇ ਦੇ ਹਾਲਾਤ ਹੋ ਚੁੱਕੇ ਨੇ, ਬਹੁਤ ਹੀ ਬੱਤਰ ਹਾਲਾਤ ਹੋ ਚੁੱਕੇ ਨੇ, ਮਾੜੇ ਹੋ ਚੁੱਕੇ ਨੇ, ਜਿਸ ਨੂੰ ਕਹਿ ਸਕਦੇ ਸਾਡਾ ਦੇਸ਼ ਸ਼ਹਿਰ ਅਪਾਹਿਜ ਹੋ ਚੁੱਕਾ, ਲੰਗੜਾ ਹੋ ਚੁੱਕਾ ਹੈ। ਇਸ ਨੂੰ ਸਹਾਰੇ ਦੀ ਲੋੜ ਆ। ਲੇਕਿਨ ਜੋ ਰਵਾਇਤੀ ਪਾਰਟੀਆਂ ਜਿਹੜੀਆਂ ਚੱਲ ਰਹੀਆਂ ਸਿਰਫ ਉਹ ਆਪਣੇ ਸਵਾਰਥ ਵਾਸਤੇ ਕਰ ਰਹੀਆਂ ਵਾ। ਸਾਡੇ ਬਟਾਲੇ ਦੀ ਸ਼ਹਿਰ ਦੀ ਪੰਜਾਬੀ ਜਨਤਾ ਇੰਨੀ ਕੁ ਪਰੇਸ਼ਾਨ ਆ, ਬਿਨਾਂ ਕਿਸੇ ਕਰਪਸ਼ਨ ਤੋਂ ਕੋਈ ਕੰਮ ਬਟਾਲੇ 'ਚ ਨਹੀਂ ਹੋ ਰਿਹਾ, ਕਿਸੇ ਦਾ ਵੀ ਬਿਨਾਂ ਕਿਸੇ ਲਾਲਚ ਤੋਂ ਕੋਈ ਕੰਮ ਨਹੀਂ ਕਰਦਾ ਤੇ ਜਨਤਾ ਬਹੁਤ ਪਰੇਸ਼ਾਨ ਆ। ਜੋ ਸਰਕਾਰੀ ਸਹੂਲਤਾਂ ਵਗੈਰਾ ਮਿਲਦੀਆਂ ਉਹ ਵੀ ਪ੍ਰੋਪਰ ਤਰੀਕੇ ਨਹੀਂ ਮਿਲਦੀਆਂ, ਉਹ ਆਪਣੇ ਸਿਰ ਸਾਂਝਾਂ ਵਾਲਿਆਂ ਨੂੰ ਦਿੱਤੀਆਂ ਜਾਂਦੀਆਂ, ਭੇਦਭਾਵ ਰੱਖਦੇ ਨੇ। ਮੈਂ ਇਹੋ ਚੀਜ਼ ਦੇਖਦੇ ਹਾਂ ਕਾਫੀ, ਮੈਨੂੰ 4-5 ਸਾਲ ਤੋਂ ਮੈਂ ਵਿਚਰਦਿਆਂ ਹੋ ਗਏ ਪਬਲਿਕ ਦੇ ਵਿੱਚ ਵੀ ਪੂਰਾ ਇਹਦਾ ਵੇਰਵਾ ਲਿਆ, ਸਰਵੇ ਕੀਤਾ ਵੀ ਕੀ ਹੋ ਰਿਹਾ ਵਾ। ਫਿਰ ਇਹ ਮਨ 'ਚ ਇਹ ਐਸੀ ਚੀਜ਼ ਇੱਕ ਆਈ ਆ ਵੀ ਨਹੀਂ, ਕਿਉਂ ਨਹੀਂ ਇਹ ਜਨਤਾ ਹੋ ਰਹੀ, ਜਨਤਾ ਨੂੰ ਅਸੀਂ ਰਾਹਤ ਦਿਵਾਉਂਦੇ ਹਾਂ, ਅਸੀਂ ਇਹ ਖੁਦ ਕਿਉਂ ਨਹੀਂ ਇਹ ਕੰਮ ਜਨਤਾ ਦੀ ਸੇਵਾ ਕਿਉਂ ਨਹੀਂ ਕਰ ਸਕਦੇ। ਇੱਕ ਇਹਨਾਂ ਰਵਾਇਤੀ ਪਾਰਟੀਆਂ ਨੇ 17 ਸਾਲਾਂ ਦੇ ਵਿੱਚ ਇਹੋ ਹੀ ਕਰਿਆ, ਆਪਣੇ 4-4 ਪੈਨਸ਼ਨਾਂ ਲੈ ਰਹੇ ਨੇ, ਤਨਖਾਹਾਂ ਲੈ ਰਹੇ ਨੇ। ਲੇਕਿਨ ਆਪਾਂ ਇਹਨੂੰ ਬਿਜ਼ਨਸ ਬਣਾ ਲਿਆ ਵਾ, ਸਾਡੇ ਪੋਲੀਟੀਕਲ ਲਾਈਨ ਨੇ ਇਸ ਨੂੰ ਬਿਜ਼ਨਸ ਬਣਾ ਲਿਆ। ਅਸੀਂ ਬਿਜ਼ਨਸ ਨਹੀਂ ਕਰਨਾ, ਅਸੀਂ ਸੇਵਾ ਕਰਨੀ ਆ, ਬਿਨਾਂ ਤਨਖਾਹ ਤੋਂ ਕੰਮ ਕਰਨਾ। ਤਨਖਾਹ ਲਵਾਂਗੇ ਤੁਹਾਡੇ ਮੀਡੀਆ ਥਰੂ, ਆਏ ਮਹੀਨੇ ਹਰ ਮਹੀਨੇ ਕਿਸੇ ਧੀ ਦਾ ਵਿਆਹ ਕਰਾਂਗੇ, ਕਿਸੇ ਧੀ ਦਾ ਕੋਈ ਇਲਾਜ ਦੀ ਲੋੜ ਪੈਂਦੀ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਜਾਤ ਪਾਤ ਭੇਦਭਾਵ ਤੋਂ, ਧਰਮ ਤੋਂ, ਹਰ ਬੱਚੇ ਲਾ ਸਹੂਲਤ ਮਿਲੇਗੀ। ਐਜੂਕੇਸ਼ਨ ਦੀ ਸਹੂਲਤ ਕਰਾਂਗੇ, ਕਿਸੇ ਤਰ੍ਹਾਂ ਦੀ ਵਿਕਾਸ ਲਈ ਵਰਤੇ ਜਾਣਗੇ ਪੈਸੇ। ਉਹ ਗੱਡੀ ਨਹੀਂ ਲਓਗੇ? ਗੱਡੀ ਨੂੰ ਤਾਂ ਜਦੋਂ ਐ ਹੀ ਧੱਕਾ ਲਾ ਕੇ ਸਟਾਰਟ ਕਰਨੀ ਪਈ, ਗੱਡੀ ਨਹੀਂ ਲਓਗੇ? ਪਹਿਲਾਂ ਲੋਕਾਂ ਨੇ ਤਾਂ ਮਹਿੰਗੀਆਂ ਲੀਡਰਾਂ ਨੇ ਗੱਡੀਆਂ ਰੱਖੀਆਂ, ਕਿਸੇ ਦੇ ਥੱਲੇ ਫਾਰਚੂਨਰ ਆ ਅਤੇ ਕਿਸੇ ਦੇ ਥੱਲੇ ਸਕਾਰਪੀਓ। ਲੀਡਰਾਂ ਥੱਲੇ ਤੇ ਮਹਿੰਗੀਆਂ ਗੱਡੀਆਂ, ਪਰ ਬਾਕੀ ਜਿੰਨਾ ਜਿਹੜੇ ਲੀਡਰ ਬਣਾਉਂਦੇ ਨੇ ਕੁਰਸੀਆਂ 'ਤੇ ਬਿਠਾਉਂਦੇ ਜਨਤਾ, ਪਰ ਉਹਨਾਂ ਵੱਲ ਵੀ ਦੇਖਣਾ ਚਾਹੀਦਾ ਉਹਨਾਂ ਦੀ ਕੀ ਕੰਡੀਸ਼ਨ ਆ। ਉਹਨਾਂ ਥੱਲੇ ਤੇ ਇਹੋ ਜਿਹੇ ਗੱਡੇ ਹੋਣੇ ਜੇ ਸਾਨੂੰ ਜਨਤਾ ਇਹ ਵਧੀਆ ਚੰਗੀ ਸੋਚ ਨੂੰ ਲੈ ਕੇ ਅੱਗੇ ਆਏਗੀ। ਮੈਂ ਹਰ ਜਨਤਾ ਦੇ ਥੱਲੇ ਵੀ ਗੱਡੀ ਲੀਡਰਾਂ ਵਾਲੀਆਂ ਕਰਾਵਾਂਗਾ, ਉਹਨਾਂ ਨੂੰ ਹਰ ਤਰ੍ਹਾਂ ਦਾ ਸਹੂਲਤ ਦਿਵਾਵਾਂਗਾ, ਬੈਨੀਫਿਟ ਦਿਵਾਵਾਂਗਾ, ਰੋਜ਼ਗਾਰ ਦਿਵਾਵਾਂਗਾ। ਜਿਹੜੇ ਲੋਕ ਧੱਕੇ ਖਾਂਦੇ ਨੇ, ਚੜ੍ਹ ਖੰਭਿਆਂ ਦੀਆਂ ਟੈਂਕੀਆਂ ਚੜ੍ਹ ਖਾਂਦੇ, ਡਾਂਗਾ ਸੁੱਟਦੇ ਖਾਂਦੇ, ਅਤਿਆਚਾਰ ਸਾਡੇ ਧੀਆਂ ਭੈਣਾਂ ਹੋ ਰਿਹਾ ਵਾ, ਮੁਲਾਜ਼ਮ ਜੋ ਸਾਰਾ ਰੋਡ ਤੇ ਲੈਣ ਇਹਨਾਂ ਰਵਾਇਤੀ ਪਾਰਟੀਆਂ ਨੇ, ਸਰਕਾਰਾਂ ਨੇ, ਇਹ ਸਿਰਫ ਆਪਣੇ ਸਵਾਰਥ ਰੱਖਦੇ ਨੇ। ਜਨਤਾ ਨਾਲ ਕੋਈ ਫਿਕਰ। ਜਿਹੜੀ ਜਨਤਾ ਸਾਨੂੰ ਏਡੇ ਵੱਡੇ ਤਾਜ ਤੇ ਸੀਟ ਤੇ ਬਿਠਾਉਂਦੀ ਆ, ਜਿਨ੍ਹਾਂ ਸਾਨੂੰ ਮੱਤ ਦਾ ਦਾਨ ਦੇ ਕੇ ਸਾਰਾ ਕੁਝ ਸਾਡੇ ਵਾਸਤੇ ਕਰਦੀ ਆਈ ਆ, ਐਸ਼ੋ ਤੇ ਲੀਡਰ ਕਰਦੇ ਨੇ ਤੇ ਜਨਤਾ ਫਿਰ ਗਲੀਆਂ ਨਾਲੀਆਂ ਜੋਗੀ ਰਹਿ ਜਾਂਦੀ ਹੈ ਜੀ, ਜਾਂ ਆਟੇ ਜੋਗੀ ਰਹਿ ਜਾਂਦੀ ਆ ਤੇ ਇਹਨਾਂ ਨੂੰ ਫਿਰ 5 ਸਾਲ ਵਾਸਤੇ ਬਸ ਧੱਕਿਆਂ ਜੋਗੇ ਰਹਿ ਜਾਂਦੇ ਆ। ਸੁਖਚੈਨ ਜੀ, ਕਿੰਨਾ ਕੁ ਹੁੰਗਾਰਾ ਮਿਲਦਾ ਜਦੋਂ ਬਾਹਰ ਕੰਪੇਨਿੰਗ ਤੇ ਜਾਂਦੇ ਹੋ? ਮਾਂ ਪੁੱਤ ਵਾਹਵਾ ਚਰਚਾ ਹੋ ਰਹੀ ਹੈ, ਮਾਂ ਪੁੱਤ ਇਸ ਗੱਡੀ 'ਚ ਜਾਂਦੇ ਆ ਮਰੂਤੀ 800 ਦੇ ਵਿੱਚ, ਘਰ ਵੋਟਾਂ ਮੰਗਣ, ਕਿੰਨਾ ਕੁ ਹੁੰਗਾਰਾ ਮਿਲਦਾ? ਹੰਗਾਰਾ ਬਹੁਤ ਵਧੀਆ ਮਿਲ ਰਿਹਾ ਜੀ। ਆਪਾਂ ਕੋਈ ਵੱਡੀਆਂ ਗੱਡੀਆਂ ਰੈਲੀਆਂ ਸ਼ੋਅ ਕਰਦੇ, ਉਹਦਾ ਮਤਲਬ ਵੀ ਕੋਈ ਨਹੀਂ, ਉਹ ਤਾਂ ਫਜ਼ੂਲ ਖਰਚਾ ਵਾ, ਉਹ ਭਾਰ ਕਿਤੇ ਪਹਿਲਾਂ ਫਿਰ ਜਨਤਾ ਤੇ। ਆਪਾਂ ਤਾਂ ਇੱਕ ਚੰਗੀ ਸੋਚ ਨੂੰ ਲੈਣਾ, ਰਾਜਨੀਤੀ ਕਰਨੀ, ਰਾਜਨੀਤੀ ਬਦਲਣੀ ਆ। ਹੰਗਾਰਾ ਇਸ ਤਰ੍ਹਾਂ ਮਿਲ ਰਿਹਾ ਕਿਉਂਕਿ ਮੈਂ 12 ਮਹੀਨੇ ਮੈਦਾਨ 'ਚ ਰਹਿਣਾ ਵਾ। ਇਹ ਬਰਸਾਤੀ ਡੱਡੂ ਜੋ ਰਵਾਇਤੀ ਪਾਰਟੀਆਂ ਪਹਿਲਾਂ ਚੱਲ ਰਹੀਆਂ, ਰਵਾਇਤੀ ਬਰਸਾਤੀ ਡੱਡੂ ਇਸ ਵੋਟਾਂ ਦੇ ਦੌਰਾਨ ਬਾਹਰ ਨਿਕਲਦੇ ਨੇ। ਪਹਿਲਾਂ ਨਜ਼ਰ ਤੁਸੀਂ ਪੂਰੇ ਬਟਾਲੇ ਸਰਵੇ ਮੇਰਾ ਕਰਕੇ ਵੇਖੋ, ਕਿਸੇ ਦਫ਼ਤਰ ਦੇ ਵਿੱਚ, ਕਿਤੇ ਸੇਵਾ ਕੇਂਦਰ ਦੇ ਵਿੱਚ, ਕਿਤੇ ਬਿਜਲੀ ਬੋਰਡ, ਕਿਸੇ ਪ੍ਰਸ਼ਾਸਨ ਨੂੰ ਪੁੱਛ ਕੇ ਦੇਖੋ ਵੀ ਇਹ ਬੰਦੇ ਨੂੰ ਜਾਣਦੇ, ਸੁਖਚੈਨ ਸਿੰਘ ਨੂੰ ਜਾਣਦੇ ਜੋ? ਕਿਸੇ ਬੰਦੇ ਨੂੰ ਸਰਵੇ ਕਰਕੇ ਵੇਲੇ ਵੀ ਗੱਡੀ 'ਚ 5000 ਬੰਦਾ ਡਾਟਾ ਪਿਆ ਵਾ, ਚੈੱਕ ਕਰ ਸਕਦੇ ਤੁਸੀਂ। ਜਿਹੜਾ ਕਦੀ ਪਾਣੀ ਦਾ ਘੁੱਟ ਤੋਂ ਪੀਤੇ ਬਗੈਰ ਹਰ ਇੱਕ ਦਾ ਕੰਮ ਕਰਾਇਆ, ਸਹੂਲਤ ਕਰਾਈ, ਆਪ ਖੜਿਆ ਰੋਡ ਤੇ। ਸਗੋਂ ਮੈਨੂੰ ਜਨਤਾ ਕਹਿੰਦੀ ਨਹੀਂ ਤੁਸੀਂ ਪ੍ਰਧਾਨ ਜੀ ਕਿਹੋ ਜਿਹੇ ਕੰਮ ਕਰਦੇ। ਮੈਂ ਪ੍ਰਧਾਨ ਜੀ ਨਹੀਂ ਆ, ਮੈਂ ਤੁਹਾਡਾ ਭਰਾ ਵਾਂ, ਤੁਹਾਡੇ ਵਿੱਚ ਇਦਾਂ ਰਵਾਂਗਾ। ਸੁਖਚੈਨ ਜੀ, ਸਰਕਾਰ ਨੇ ਦਿੱਤਾ ਵਾ ਤੁਹਾਨੂੰ ਨੁਮਾਇੰਦਾ ਦਿੱਤਾ, ਪ੍ਰਸ਼ਾਸਨ ਇਲੈਕਸ਼ਨ ਕਮਿਸ਼ਨ ਵੱਲੋਂ ਗਨਮੈਨ ਦਿੱਤੇ ਗਏ ਨੇ, ਪਰ ਇਹ ਵੇਖਣ ਨੂੰ ਮਿਲਿਆ ਕਿ ਗਨਮੈਨ ਵਿਚਾਰੇ ਧੱਕਾ ਲਾ ਰਹੇ ਨੇ। ਤੁਹਾਡੀ ਰਾਖੀ ਦੇ ਨਾਲ ਗੱਡੀ ਦੀ ਵੀ ਰਾਖੀ ਕਰਨੀ ਪੈਂਦੀ ਉਹਨਾਂ ਨੂੰ।
ਤੇ ਬਿਲਕੁਲ ਜੀ ਰਾਖੀ ਤੇ ਵੇਖੋ ਜਦੋਂ ਸਰਕਾਰ ਨੇ ਦਿੱਤਾ ਵਾ ਗੱਡੀ ਮੇਰੀ ਵੀ ਕਰਨੀ, ਗੱਡੀ ਮੇਰੇ ਟੋਟਲ ਪ੍ਰੋਪਰ ਮੇਰੀ ਰਾਖੀ ਕਰਨੀ ਜੋ ਕਾਨੂੰਨ ਦੇ ਅਕੋਰਡਿੰਗ ਜੀ। ਬਾਕੀ ਇਹ ਵੀ ਗੱਡੀ ਹੈ ਚਲੋ ਮਜਬੂਰੀ ਟੈਕਨੀਕਲ ਮਸ਼ੀਨਰੀ ਹੈ, ਕੋਈ ਕਹਿ ਨਹੀਂ ਸਕਦੇ ਚ ਬੰਦੇ ਦਾ ਨਹੀਂ ਨਹੀਂ ਉਹਦੇ 'ਚ ਬੈਟਰੀ ਬੂਟਰੀ ਤੇ ਨਵੀਂ ਰਖਾਣੀ ਕੋਈ ਘੱਟੋ ਘੱਟ ਸਰਦੀਆਂ ਦਾ ਮੌਸਮ ਆ, ਕਿਤੇ ਧੱਕਾ ਨਾ ਲਾਣਾ ਪਏ ਗੱਡੀ ਨੂੰ। ਨਹੀਂ ਐਕਚੁਅਲੀ ਨਾ ਇਹ 2-3 ਦਿਨ ਖੜੀ ਰਹੀ ਹੈ, ਇਸ ਕਰਕੇ ਜਿਹਦੇ ਕਰਕੇ ਬੈਟਰੀ ਪ੍ਰੋਬਲਮ ਆ ਗਈ ਹੈ। ਐਸੀ ਕੋਈ ਟੈਕਨੀਕਲ ਹੈ ਤਾਂ ਕਿਸੇ ਨੂੰ ਵੀ ਹੋ ਸਕਦੀ ਹੈ, ਇਨਸਾਨ ਨੂੰ ਵੀ ਹੋ ਸਕਦੀ ਹੈ। ਇਹ ਕਿਤੇ ਹੱਥ ਤੇ ਹੈ ਨਹੀਂ, ਰੱਬ ਤੇ ਹੈ ਨਹੀਂ, ਇਹਨੂੰ ਹੋ ਜਾਣਾ ਜੀ। ਬਿਲਕੁਲ ਕੋਈ ਹੈਡਲਾਈਟ ਨਹੀਂ, ਕੋਈ ਬੈਕਲਾਈਟ ਨਹੀਂ। ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਕੰਪੇਨਿੰਗ ਵਾਸਤੇ, ਪਿੰਡਾਂ 'ਚ ਜਾਂਦੇ ਹੋ, ਪਰ ਹਨੇਰੇ ਸਵੇਰੇ ਕੋਈ ਅਜਿਹਾ ਬਹਾਨਾ ਨਾ ਵਰਤ ਜੇ ਤੁਹਾਡੇ ਨਾਲ ਕਿਤੇ ਲਾਈਟਾਂ ਲੂਟਾਂ ਠੀਕ ਕਰਾ ਲੈਣੀਆਂ ਹੈ ਜੀ। ਨਹੀਂ ਜੀ ਲਾਈਟਾਂ ਚੱਲ ਰਹੀਆਂ, ਚੈੱਕ ਕਰੋ ਜੀ ਲਾਈਟਾਂ ਹੈਗੀਆਂ। ਸਿਰ ਸਾਈਡ 'ਚ ਪਾਰਕਿੰਗ ਵਾਲੀ ਚੱਲੀ, ਉਹ ਵੀ ਆਉਂਦੇ ਆ, ਚਲੋ ਨੰਗੇ ਲੱਗੋ ਲਾ ਗਿਆ ਕੋਈ, ਉਹ ਵੀ ਰਾਤੀ ਹੋਇਆ ਪ੍ਰੋਬਲਮ। ਹੁਣ ਇਹ ਠੀਕ ਇਸ ਪ੍ਰੋਬਲਮ ਕਰਕੇ ਇਹਨੂੰ ਜਾਣਾ, ਜਿਹਦੇ ਕਰਕੇ ਇਹਨੂੰ ਧੱਕਾ ਲਾਉਣਾ ਪਿਆ ਤੁਸੀਂ ਕਹਿ ਰਹੇ ਜੋ, ਤੇ ਹੋ ਸਕੇ ਕੋਈ ਪ੍ਰੋਬਲਮ ਆ ਗਈ। ਲਾਈਟਾਂ ਚੱਲਦੀਆਂ ਹੁਣ ਵੀ ਚੈੱਕ ਕਰ ਸਕਦੇ ਤੁਸੀਂ ਔਨ ਕਰਕੇ ਜੀ, ਲਾਈਟਾਂ ਆਉਣੇ ਆ ਜੀ। ਜੇਕਰ ਪਰਿਵਾਰ ਪੱਖੋਂ ਵੀ ਗੱਲ ਕੀਤੀ ਜਾਏ ਕਿ ਸਧਾਰਨ ਪਰਿਵਾਰ ਤੋਂ ਤੁਸੀਂ ਬਿਲੋਂਗ ਕਰਦੇ ਹੋ, ਪਰ ਉਸ ਸਧਾਰਨ ਪਰਿਵਾਰ ਤੋਂ ਨਾਮਜ਼ਦਗੀ ਪੱਤਰ ਵੀ ਭਰੇ ਗਏ ਤੁਹਾਡੇ ਲੋ, ਉਹਦੇ ਵਾਸਤੇ ਵੀ ਪੈਸੇ ਜਾਂ ਇਸ਼ਤਿਹਾਰਾਂ ਦੀ ਗੱਲ ਕੀਤੀ ਜਾਏ, ਬੈਨਰ ਦੀ ਗੱਲ ਕੀਤੀ, ਹਰ ਇੱਕ ਚੀਜ਼ ਵਾਸਤੇ ਖਰਚਾ ਇੱਕ ਜ਼ਰੂਰ ਮਾਇਨਾ ਰੱਖਦਾ। ਪਰ ਉਸ ਚੀਜ਼ਾਂ ਨੂੰ ਕਿੱਦਾਂ ਮੈਨੇਜ ਕਰੋਗੇ, ਉਹ ਪੈਸੇ ਨੂੰ ਕਿੱਦਾਂ ਮੈਨੇਜ ਕਰੋਗੇ, ਕਿਉਂਕਿ ਇੰਨਾ ਕੁ ਤੁਸੀਂ ਫੋਰਸ ਨਹੀਂ ਕਰ ਸਕਦੇ। ਵੇਖੋ ਜੀ ਸਾਡੇ ਪੰਜਾਬ ਕਿਸਾਨ ਦਲ ਦੇ ਸਰਦਾਰ ਰਣਜੀਤ ਸਿੰਘ ਜੀ ਸਰਾਂ ਸਾਹਿਬ ਨੈਸ਼ਨਲ ਪ੍ਰੈਜ਼ੀਡੈਂਟ ਨੇ, ਵੇਖੋ ਜੀ ਸਾਨੂੰ ਇੰਨਾ ਮਾਣ ਬਖਸ਼ਿਆ ਤੇ ਸਾਨੂੰ ਜਿੰਨੀ ਵੀ ਸਪੋਰਟ ਜੋ ਪਹੁੰਚਣ ਡਿਆ ਉਹ ਕਰਨਗੇ। ਬਾਕੀ ਕੁਝ ਜੋ ਸਾਡੇ ਬਟਾਲੇ ਜਨਤਾ ਦੇ ਕੰਮ ਕੀਤੇ ਆ, ਬਿਨਾਂ ਕਿਸੇ ਲਾਲਚ ਤੋਂ ਕੰਮ ਕੀਤੇ ਜਨਤਾ ਦੇ। ਜਨਤਾ ਕਹਿ ਰਹੀ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਆਪਾਂ ਚੰਗੇ ਬੰਦੇ ਸਪੋਰਟ ਕਰਾਂਗੇ, ਤੁਹਾਨੂੰ ਕੋਈ ਫਾਲਤੂ ਖਰਚਾ ਕਰਨ ਦੀ ਲੋੜ ਨਹੀਂ, ਕੋਈ ਸ਼ੋਸ਼ੇਬਾਜ਼ੀ ਕਰਨ ਦੀ ਲੋੜ ਨਹੀਂ, ਕੋਈ ਦਿਖਾਵੇ ਦੀ ਲੋੜ ਨਹੀਂ ਆ। ਸਾਨੂੰ ਉੱਦਾਂ ਹੀ ਪਤਾ ਵਾ ਲੋਕੀ ਪਕੌੜੇ ਤੇ ਮਤਲਬ ਜੋ ਤੁਹਾਨੂੰ ਪਤਾ, ਜੋ ਮੈਂ ਕਹਿ ਨਹੀਂ ਸਕਦਾ। ਫਿਰ ਦਾਰੂ ਕਹਿਣ 'ਚ ਕਿਹੜੀ ਸ਼ਰਮ ਆ, ਕਹਿਣ 'ਚ ਕਿਹੜੀ ਸ਼ਰਮ ਆ ਜੀ, ਕਹਿਣ 'ਚ ਸ਼ਰਮ ਸਮਝਦੇ ਹੋ ਤੁਸੀਂ, ਪਹਿਲਾਂ ਦੱਸੋ। ਨਹੀਂ ਸ਼ਰਮ ਨਹੀਂ ਸਕਦੇ, ਫਿਰ ਵਿਵਾਦ ਖੜਾ ਹੋ ਜਾਂਦਾ, ਸੱਚ ਨੂੰ ਕਹਿਣ ਲੱਗੇ ਕੋਈ ਵਿਵਾਦ ਖੜਾ ਨਹੀਂ, ਕਾਹਦਾ ਸੱਚਾਈ ਜਦੋਂ ਬੋਲਾਂਗੇ ਤੇ ਵਿਵਾਦ ਕਾਹਦਾ ਖੜਾ। ਕੱਲ ਅਸੀਂ ਕਿਸੇ ਦੀ ਇੰਟਰਵਿਊ ਕੀਤੀ ਸੀ, ਉਹਨਾਂ ਨੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਇਲੈਕਸ਼ਨਾਂ ਦਾ ਦੌਰ ਹੁੰਦਾ ਨਾ, 1-2 ਦਿਨ ਪਹਿਲਾਂ ਆਟਾ ਉਟਾ ਵੰਡਣਾ ਸ਼ੁਰੂ ਕਰ ਦਿੰਦੇ, ਸ਼ਰਾਬਾਂ ਵੰਡਣੀਆਂ ਸ਼ੁਰੂ ਕਰ ਦਿੰਦੇ ਨੇ। ਵੇਖੋ ਜੀ ਅਸੀਂ ਪਹਿਲਾਂ ਵੀ ਗੱਲ ਕਹਿ ਚੁੱਕਾ, ਫਿਰ ਰਾਜਨੀਤੀ ਬਦਲਣੀ ਆ, ਕਰਨੀ ਨਹੀਂ ਹੈਗੀ। ਇਹ 12 ਮਹੀਨੇ ਹੀ ਵੇਖੋ ਸ਼ਰਾਬ ਪੀਂਦੇ, ਆਟਾ ਵੀ ਖਾਣਾ। ਮੈਂ 12 ਮਹੀਨੇ ਚੋਂ ਨਾ ਆਪਣੇ ਘਰ ਬਹਿ ਕੇ ਇੱਜ਼ਤ ਖਾਓ, ਠੂਟਾ ਫੜ ਕੇ ਅੱਜ 4 ਦਿਨ ਵਾਸਤੇ ਆਪਣਾ ਢਿੱਡ ਭਰ ਕੇ ਉਹ ਤੇ ਪੀ ਲੈਂਦੇ, ਬਾਕੀ ਉਹਦੇ ਪਿੱਛੇ ਘਰ ਵੀ ਝਾਤੀ ਮਾਰੋ। ਲੇਡੀਜ਼ ਤੇ ਬੱਚਿਆਂ ਦਾ ਕੀ ਹਾਲ ਹੁੰਦਾ ਵਾ, ਅਸੀਂ ਤੇ 4 ਦਿਨ ਰੋਟਾ ਆਨੰਦ ਲੈ ਲੈਂਦੇ ਆ। ਬਾਕੀ ਪਰਿਵਾਰ ਦਾ ਕਿਸੇ ਸਾਡੇ ਥੋੜਾ ਜਿਹਾ ਨਾ ਮਾਈਂਡ ਚੇਂਜ ਇਹਨਾਂ ਦਾ ਕਰਨਾ ਪੈਣਾ। ਜਨਤਾ ਥੋੜਾ ਕਸੂਰ ਜਨਤਾ ਦੇ ਵਿੱਚ ਕੋਈ ਸ਼ੱਕ ਨਹੀਂ ਆ, ਜਿਹੜਾ ਅਸੀਂ ਲਾਲਚ ਨੂੰ ਦੇਖ ਲੈਂਦੇ ਨੇ। ਤੇ ਅਸੀਂ ਮੈਂ ਚਾਹੁੰਦਾ, ਮੇਰੀ ਸੋਚ ਇਹ ਵਾ ਵੀ ਅਸੀਂ 12 ਮਹੀਨੇ ਇਹਨਾਂ ਨੂੰ ਸਦਾ ਵਾਸਤੇ ਘਰ ਬਿਠਾ ਕੇ ਦਾਰੂ ਪੀਣ, ਬੱਚੇ ਹੀ ਪਾਲਣ, ਰੋਟੀ ਵੀ ਖਾਣ, ਇੱਜ਼ਤ ਖਾਣ। ਪਰ ਆ 4 ਦਿਨ ਦੀ ਸ਼ਰਾਬ ਜਿਹੜੀ ਹੈ ਨਾ, ਇਹ ਮੁੜ ਕੇ 5 ਸਾਲ ਸਾਡਾ ਫਿਰ ਖੂਨ ਨਿਚੋੜਦੇ, ਸਾਡਾ ਖੂਨ ਚੜਦਾ। ਅਸੀਂ ਪੀਨੇ ਗਲਾਸੀ ਸ਼ਰਾਬ ਦੀ ਤੇ ਮੁੜ ਕੇ ਸਾਡਾ ਖੂਨ ਨਿਚੋੜਦੇ, 5 ਸਾਲ ਹੀ ਵਰਤਦੇ ਆ। ਅੱਜ ਇਹ ਹੱਥ ਜੋੜਦੇ ਨੇ ਤੇ ਮੁੜ ਕੇ 5 ਸਾਲ ਹੱਥ ਜੜਾਉਂਦੇ ਨੇ ਜੀ। ਘਰਦਿਆਂ ਵੱਲੋਂ ਕਿਦਾਂ ਦਾ ਸਹਿਯੋਗ ਆ, ਕਿਉਂਕਿ ਮਾਤਾ ਜੀ ਇਕੱਲੇ ਨਾਲ ਤੁਰਦੇ ਨੇ, ਹੋਰ ਤੇ ਘਰੋਂ ਕੋਈ ਤੁਰਦਾ ਨਹੀਂ ਨਾਲ ਤੁਹਾਡੇ? ਨਹੀਂ ਚੱਲਦੇ ਜਾਂਦੇ ਸਾਰੇ ਜਾਂਦੇ ਆ ਜੀ। ਬਾਕੀ ਹੁਣ ਲੇਡੀਜ਼ ਦੇ ਹੁਣ ਏਜ ਦੇ ਹਿਸਾਬ ਨਾਲ ਜਾਂਦੇ ਹਨ, ਬੱਚੇ ਛੋਟੇ ਅਜੇ ਕਾਫੀ ਅਜੇ, ਤੇ ਬਾਕੀ ਹੁੰਗਾਰਾ ਪੂਰਾ, ਹੌਸਲਾ ਪੂਰਾ ਜੀ। ਤੇ ਤੁਸੀਂ ਖੁਦ ਨਾਲ ਪੁੱਛ ਸਕਦੇ ਜੀ ਵੀ ਕਿਉਂ। ਚਲੋ ਉਹ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ, ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ। ਪਰ ਲੱਗਦਾ ਨਹੀਂ ਕਿ ਕਿਤੇ ਮੇਰਾ ਵੀ ਉਹੀ ਹਾਲ ਨਾ ਹੋਏ। ਜਲੰਧਰ ਵਾਲਾ ਕੈਂਡੀਡੇਟ ਖੜਾ ਹੈ, ਯਾਦ ਹੋਣਾ ਦਾ, ਨੀਟੂ ਸ਼ਟਰਾਂ ਵਾਲਾ, ਉਹ ਕੰਮ ਨਾ ਹੋ ਜਾਏ ਕਿਤੇ ਕਿ ਬਕਸੇ ਦੇ ਵਿੱਚੋਂ ਮੁੜ ਕੇ 5 ਵੋਟਾਂ ਹੀ ਨਿਕਲਣ। ਨਹੀਂ ਜੀ ਵੇਖੋ ਜੀ ਅਸੀਂ ਤੇ ਚੰਗੀ ਸੋਚ ਲੈ ਕੇ, ਮੇਰੇ ਕੋਲ ਡਾਟਾ ਗੱਡੀ 'ਚ ਹੁਣੇ ਲਫਾ ਚੈੱਕ ਕਰੋ, ਨਹੀਂ ਤੇ ਮੇਰੇ ਫਾਈਲ ਪਈ ਹੈ, ਤੁਸੀਂ ਚੈੱਕ ਕਰ ਸਕਦੇ ਜਿਹਦੇ ਕੰਮ ਹੈ। ਮੇਰੇ ਕੋਲ ਰਿਕਾਰਡ ਹੈ ਪੂਰਾ ਆਨਲਾਈਨ, ਜਨਤਾ ਦਾ ਰਿਕਾਰਡ ਆ। ਬਾਕੀ ਇਹ ਵੀ ਇਹ ਤਾਂ ਜਨਤਾ ਦੇ ਹੱਥ ਵਾਸਤੇ ਆ। ਵੇਖੋ ਮੈਂ ਤੇ ਕੋਈ ਵੀ ਆਸ ਦੇ ਸਿਰ ਤੇ ਕੋਈ ਵੀ ਕੰਮ ਕਰਦਾ, ਜਿੰਦਾ ਵੀ ਤੇ ਆਸ ਦੇ ਸਿਰ ਤੇ ਆ। ਬਾਕੀ ਉਹ ਜਨਤਾ ਦੇ ਹੱਥ ਵਾਸਤੇ ਆ। ਜੇ ਚਾਹੁੰਦੇ ਆ ਸਦਾ ਵਾਸਤੇ ਸਹੂਲਤਾਂ ਲੈਣ, ਪੂਰੇ ਸਰਕਾਰੀ ਫੈਸਿਲਿਟੀਆਂ ਪੂਰੀਆਂ ਦਵਾਵਾਂਗਾ, ਕਰਾਂਗਾ, ਮੈਡੀਕਲ ਸਹੂਲਤਾਂ ਦਵਾਵਾਂਗਾ, ਐਜੂਕੇਸ਼ਨ ਤੇ ਪੂਰਾ ਧਿਆਨ ਦੇਵਾਂਗਾ ਬਿਨਾਂ ਕਿਸੇ ਭੇਦਭਾਵ ਤੋਂ। ਜੋ ਸਾਡੇ ਬਟਾਲੇ ਦੇ ਸਭ ਤੋਂ ਵੱਡੀ ਪ੍ਰੋਬਲਮ ਇੱਕ ਡਿਗਰੀ ਕਾਲਜ ਹੈ ਨਹੀਂ ਆ। ਡਿਗਰੀ ਕਾਲਜ ਦੀ ਇੱਥੇ ਡਿਗਰੀ ਕਾਲਜ ਮੁਹੱਈਆ ਕਰ ਪੂਰੇ ਖਾਸ ਪ੍ਰਬੰਧ ਕਿਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਉਸ ਦਾ ਪੂਰਾ ਆਵਾਜ਼ ਉਠਾਵਾਂਗਾ ਬਟਾਲੇ ਦੀ ਜਨਤਾ ਦੀ। ਮੈਂ ਬਟਾਲੇ ਦੀ ਗੱਲ, ਮੈਂ ਪੰਜਾਬ ਦੀ ਨਹੀਂ ਗੱਲ, ਕਿਉਂਕਿ ਜੋ ਮੇਰੇ ਘਰ ਦੇ ਜਾਂ ਬਟਾਲੇ ਦੇ ਹਾਲਾਤ ਮੈਂ ਉਹਦੀ ਗੱਲ ਕਰਾਂਗਾ। ਇੱਥੇ ਆਕਸੀਜਨ ਰੁੱਖ ਦੀ ਘਾਟ ਹੋਣ ਕਰਕੇ ਆਕਸੀਜਨ ਦੀ ਇੰਨੀ ਕਿ ਪ੍ਰੋਬਲਮ ਹੈ, ਜਿਹਦਾ ਕਿਸੇ ਦਾ ਧਿਆਨ ਨਹੀਂ, ਕੋਈ ਲੀਡਰ ਨਹੀਂ ਬੋਲਿਆ ਆਕਸੀਜਨ ਦੇ, ਜੋ ਸਾਨੂੰ ਸਿਹਤ ਰਹਿਣ ਵਾਸਤੇ ਸਾਨੂੰ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਸਾਡਾ ਪਾਣੀ ਪੋਲੂਸ਼ਨ ਇੰਨਾ ਕੁ ਹੋ ਚੁੱਕਾ, ਗੰਦਾ ਪਾਣੀ ਹੋ ਚੁੱਕਾ ਵਾ, ਜਿਹਦੇ ਸਾਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ। ਇਹਨਾਂ ਚੀਜ਼ਾਂ ਤੇ ਅਸੀਂ ਕਹਿਣ ਨੂੰ ਛੋਟੇ ਛੋਟੇ ਗੱਲਾਂ ਕਰਦੇ ਆ। ਆਪਾਂ ਕੋਈ 6ਵੀਂ 7ਵੀਂ ਕਲਾਸ ਪੜ੍ਹਦੇ ਹੁੰਦੇ, ਇੱਕ ਬੁੱਕ 'ਚ ਪੜ੍ਹਿਆ ਸੀ, ਲਾਈਨ ਪੜ੍ਹਦੇ ਹੁੰਦੇ ਹਾਂ ਕਵਿਤਾ, ਉਹ ਕਹਿੰਦੇ ਛੋਟੀਆਂ ਗੱਲਾਂ, ਪਰ ਛੋਟੀਆਂ ਨਹੀਂ, ਇਹਨੂੰ ਡੀਪਲੀ ਜਾਣੇ ਸੰਸੀਰ ਹੋ ਕੇ ਜਾਣਾ, ਸਮਝਦਾਰੀ ਸੋਚਿਆ ਜਾਵੇ, ਡੀਪਲੀ ਸੋਚਿਆ ਜਾਵੇ, ਇਹ ਬਹੁਤ ਵੱਡੀਆਂ ਗੱਲਾਂ ਵਾ। ਜਿੱਦਾਂ ਮੈਂ ਗੱਲ ਕੀਤੀ ਗੰਦੇ ਪਾਣੀ ਦੀ, ਆਕਸੀਜਨ ਦੀ, ਇਹ ਚੀਜ਼ਾਂ ਥੋੜ੍ਹੀ ਬਹੁਤੀ ਕਮੀ ਦੂਰ ਹੋ ਜਾਏਗੀ ਤੇ ਜਨਤਾ ਨੂੰ ਕਾਫੀ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਇਸ ਚੀਜ਼ ਤੋਂ। ਦਾਵਾ ਤੁਸੀਂ ਵੀ ਬੜੀਆਂ ਕਰਦੇ ਹੋ ਕਿ ਭਾਰੀ ਲੀਡ ਨਾਲ ਜਿੱਤਾਂਗੇ, ਪਰ ਉਸਨੇ ਵੀ ਦਾਵਾ ਬੜਾ ਕੀਤਾ ਸੀ, ਨੀਟੂ ਸ਼ਟਰਾਂ ਵਾਲੇ ਦੀ ਵੀ ਬੜੀ ਹਵਾ ਸੀ,
ਉਹ ਇੱਕ ਸੈਲੀਬ੍ਰਿਟੀ ਬਣ ਕੇ ਰਹਿ ਗਿਆ ਹੁਣ। ਪਰ ਲੱਗਦਾ ਨਹੀਂ ਕਿ ਉਹਦੇ ਵਾਂਗਾ ਵਾਹ ਨਾ ਬਦਲ ਜੇ ਤੁਹਾਡੀ ਵੀ, ਕਿ ਮੁੜ ਕੇ ਘਰ ਦੇ ਵੀ ਨਾ ਵੋਟਾਂ ਪਾਉਣ ਤੁਹਾਡੇ। ਨਹੀਂ ਐਸੀ ਕੋਈ ਗੱਲ ਨਹੀਂ ਜੀ। ਐਸਾ ਹੁਣ ਉਹਦਾ ਮਿੰਟੂ ਉਹਦੇ ਬਾਰੇ ਮੈਂ ਨਹੀਂ ਕੁਛ ਸਕਦਾ, ਹੁਣ ਪਤਾ ਨਹੀਂ ਉਹਦਾ ਸਰਕਲ ਕਿੱਦਾਂ ਦਾ, ਉਹਦੇ ਸਰਕਲ ਦੇ ਅਕੋਰਡਿੰਗ ਹੀ ਆ। ਹੁਣ ਸਾਨੂੰ ਤਾਂ ਹਰ ਫੇਰ ਤੁਸੀਂ ਖੁਦ, ਮੈਂ ਨਹੀਂ ਕਿ ਆਪਣੀ ਜ਼ਬਾਨੀ ਨਹੀਂ ਕਹਾਂ, ਤੁਸੀਂ ਬਟਾਲੇ 'ਚ ਮੇਰੇ ਕਿਸੇ ਆਫਿਸ ਚੱਲ ਜਾਓ, ਮੈਨੂੰ ਪੁੱਛ ਲਿਓ ਵੀ ਆ ਮੇਰੇ WhatsApp ਤੇ ਫੋਟੋ ਵਿਖਾ ਦੇ ਵੀ ਇਹਨੂੰ ਜਾਣਦੇ ਜੋ। ਮੇਨ ਤੇ ਇਹੋ ਇਹਦਾ ਮੈਂ ਜਨਤਾ ਵਿਚਾਰ ਤੇ, ਬਾਕੀ ਹੁਣ ਵੇਖੋ ਜਨਤਾ ਦੇ ਕਹਿਣਾ ਉਹਦੇ ਹੱਥ ਵਿੱਚ ਜਨਤਾ ਦੇ ਆ, ਉਹਦੇ ਰਾਤ 'ਚ ਬਦਲ ਜਾਂਦੀ ਜਨਤਾ। ਤੇ ਵੇਖੋ ਜਨਤਾ ਫਿਰ ਖਾਣਗੇ ਧੱਕੇ, ਫਿਰ ਜਨਤਾ ਫਿਰ ਜੋ ਫਿਰ ਕਰੀ ਜਾਊ, ਬਿਨਾਂ ਪੈਸੇ ਤੋਂ ਕੰਮ ਨਹੀਂ ਕਿਸੇ ਦਾ। ਜਨਤਾ ਫਿਰ ਜੋ ਕਰੇਗੀ ਫਿਰ ਇਹ ਵੇਖੋ ਜੇ ਜਨਤਾ ਗਲਤੀ ਕਰੇਗੀ ਤਾਂ ਜਨਤਾ ਹੀ ਭੁਗਤੇਗੀ। ਬਿਲਕੁਲ ਜੀ, ਜਨਤਾ ਭੁਗਤੇਗੀ ਜੇਕਰ ਗਲਤੀ ਕਰਦੀ ਹੈ ਤੇ। ਬਿਲਕੁਲ ਜਨਤਾ ਗਲਤੀ ਕਰੇਗੀ, ਜਨਤਾ ਨੂੰ ਭੁਗਤਣਾ ਪੈਣਾ। ਉਹ 'ਚ ਨਾ ਮੇਰਾ ਵਿਗਾੜ ਨਾ ਤੁਹਾਡਾ ਕੁਝ ਜਾਣਾ, ਇਹ ਫਿਰ ਜਨਤਾ ਭੁਗਤੇਗੀ। ਇਹ ਜਨਤਾ ਦੇ ਹੱਥ ਵਾਸੇ ਆ ਵੀ ਇਸ ਟਾਈਮ ਫੈਸਲਾ ਸੋਚ ਸਮਝ ਕੇ ਲਿਓ। ਸਭ ਕੁਝ ਪਿਛਲੇ ਹਾਲਾਤ ਜਾਣ ਲਿਓ, 5 ਸਾਲਾਂ ਦੇ ਵਾਅਦੇ ਜਾਣ ਲਿਓ। ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਲੀਡਰਾਂ ਨੇ। ਬਾਕੀ ਜੋ ਸਾਡੇ ਨਸ਼ਾ ਤਸਕਰਾਂ ਦੇ ਹਾਲ ਹੋ ਰਹੇ ਆ, ਮਤਲਬ ਹੈ ਤੇ ਕੋਈ ਚੰਗਿਆੜੀ ਹੈ ਤੇ ਰੌਲਾ ਪੈਂਦਾ ਵਾ। ਆਪਣੇ ਮਾਵਾਂ ਦੇ ਪੁੱਤ ਯਾਦ ਕਰ, ਜਿਨ੍ਹਾਂ ਦੇ ਮਾਵਾਂ ਦੇ ਪੁੱਤ ਭੈਣਾਂ ਦਾ ਵੀਰ ਚਲ ਗਏ ਨੇ। ਇਹ ਪੁਰਾਣੇ ਡਾਂਗਾ ਛੋਟੇ ਧੀਆਂ ਭੈਣਾਂ ਨੂੰ ਸਾਡੇ ਅਤਿਆਚਾਰ ਹੁੰਦੇ ਇਨਸਾਫ ਮੰਗਣ ਵਾਸਤੇ, ਉਹਨੂੰ ਜਾਣਦਿਆਂ ਹੋਇਆਂ ਤੁਸੀਂ ਇਹ ਹਾਲਾਤ ਜਨਤਾ ਦੀ ਬੇਨਤੀ ਆ, ਇਹ ਕੁਝ ਦੇਖਦੇ ਆ ਪਿਛਲੇ ਹਾਲਾਤ 5 ਸਾਲ ਦੇ ਦੇਖ ਕੇ ਬੱਚੇ ਤੇ ਸੋਚ ਸਮਝ ਕੇ ਵੋਟ ਪਾਇਓ ਤੁਸੀਂ। ਸੁਖਚੈਨ ਜੀ, ਮੈਂ ਇੱਕ ਤਸਵੀਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦਾ ਵਾਂ ਦੁਬਾਰਾ ਤੋਂ। ਉਸ ਗੱਡੀ ਦੀਆਂ ਤਸਵੀਰਾਂ ਨੇ, ਪਰ ਗੱਡੀ ਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਿਸ਼ਾਨ ਵੱਲੋਂ ਝੰਡਾ ਵੀ ਨਹੀਂ ਲਾਇਆ ਗਿਆ ਤੁਹਾਡੇ ਵੱਲੋਂ। ਕੋਈ ਫਲੈਗ ਲਾਇਆ ਜਾਂਦਾ ਆਪਣੇ ਨਿਸ਼ਾਨ ਵੱਲੋਂ, ਕੋਈ ਬੈਨਰ ਲਾਇਆ ਜਾਂਦਾ, ਗੱਡੀ ਸਿੰਪਲ ਉੱਦਾਂ ਹੀ ਰੱਖੀ ਹੈ। ਕੋਈ ਲੋਕਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਸੁਖਚੈਨ ਹੋਣੀ ਵੋਟਾਂ ਦੇ ਖਲੋਤੇ ਨੇ ਪੰਜਾਬ ਕਿਸਾਨ ਦਲ ਵੱਲੋਂ? ਵੇਖੋ ਜੀ, ਸੋਸ਼ਲ ਮੀਡੀਆ ਤੇ ਮੈਂ ਕਾਫੀ ਜਿੱਦਾਂ ਦਾ ਚਲੋ ਪਾਰਟੀ ਨੇ ਮਾਨ ਬਖਸ਼ਿਆ ਵਾ ਹੋ ਰਿਹਾ। ਬਾਕੀ ਸਾਡੀ ਪਾਰਟੀ ਦੇ ਵੀ ਕੋਈ ਰੂਲ ਪਾਰਟੀ ਪਤਾ ਲੱਗ ਗਿਆ, ਜੋ ਕਿ ਪਾਰਟੀ ਵੱਲੋਂ ਮਟੀਰੀਅਲ ਸਾਰਾ ਹੋਣਾ ਵਾ, ਕਿਉਂਕਿ ਪਾਰਟੀ ਨੇ ਭੇਜਣੀਆਂ ਜੋ ਝੰਡੀਆਂ ਫਲੈਕਸ ਜੋ ਪਾਰਟੀ ਵੱਲੋਂ ਹੋਣਾ ਜੀ। ਤੇ ਅਸੀਂ ਉਹਦੀ ਵੇਟ ਕਰਕੇ ਜੋ ਹੁਕਮ ਪ੍ਰਧਾਨ ਸਾਹਿਬ ਦੇ ਹੁਕਮ ਦੀ ਮਤਲਬ ਵੇਟ ਕਰ ਰਹੇ ਹਾਂ ਜੋ। ਹਾਂਜੀ ਸਮੇਂ ਦੀ ਪਰ ਬਹੁਤ ਘਟ ਗਿਆ, ਸਮਾਂ ਬਹੁਤ ਘਟ ਗਿਆ। ਤੇ ਸਮਾਂ ਸਰ ਕੀ ਕਰ ਸਕਦੇ ਹੁਣ, ਫਿਰ ਕਾਨੂੰਨ ਦੀ ਵੀ ਅਸੀਂ ਸਾਡੇ ਦੇ ਹੱਥ ਵਾਸਤੇ ਆਇਆ ਨਹੀਂ, ਪ੍ਰਸ਼ਾਸਨ ਦੀ ਵੀ ਮੰਨਣੀ ਪੈਣੀ ਹੈ। ਸੋ ਲਗਾਤਾਰ ਮਿਹਨਤ ਜਾਰੀ ਹੈ, ਮਿਹਨਤ ਕੀਤੀ ਜਾ ਰਹੀ ਹੈ ਸੁਖਚੈਨ ਸਿੰਘ ਵੱਲੋਂ ਤੇ ਉਹਨਾਂ ਦੀ ਮਾਤਾ ਜੀ ਵੱਲੋਂ। ਸੋ ਮਾਤਾ ਜੀ ਦੇ ਨਾਲ ਵੀ ਚੱਲ ਕੇ ਗੱਲਬਾਤ ਕਰ ਲੈਂਦੇ ਆ। ਮਾਤਾ ਜੀ, ਕਿਸ ਤਰ੍ਹਾਂ ਵੇਖਦੇ ਹੋ ਬੇਟੇ ਦੇ ਜਨੂਨ ਨੂੰ? ਬੇਟੇ ਦੇ ਕਾਨੂੰਨ ਬਿਲਕੁਲ ਠੀਕ ਆ। ਇਹਦੇ ਕਾਨੂੰਨ ਦੇ ਨਾਲ ਅਸੀਂ ਵੀ ਸਹਿਮਤ ਹਾਂ। ਜੋ ਹਾਲਾਤ ਸੁਣੀਦਾ ਵਾ ਜਾਂ ਸਾਡੇ ਨਾਲ ਹੱਡੀ ਬੀਤਿਆ ਵਾ, ਉਹ ਸਾਨੂੰ ਯਾਦ ਆ। ਉਹਦੇ ਵਾਸਤੇ ਅਸੀਂ ਇਹ ਕਦਮ ਚੁੱਕਿਆ ਵਾ। ਕਿਸ ਤਰ੍ਹਾਂ ਲੱਗਦਾ ਮਤਲਬ ਕਿ ਬੇਟਾ ਕਿ ਸੀਟ ਕੱਢ ਜੂਗਾ? ਵੇਖੋ ਮਾਲਕ ਦੇ ਹੱਥ 'ਚ ਵਾ। ਨਹੀਂ, ਤੁਸੀਂ ਨਾਲ ਜਾਂਦੇ ਹੋ ਨਾ, ਤੁਹਾਨੂੰ ਪਤਾ ਮਾਲਕ ਦੇ ਤੇ ਹੱਥ ਚਲੋ ਹੈ ਹੀ ਹੈਗਾ। ਤੁਸੀਂ ਵੀ ਨਾਲ ਜਾਂਦੇ ਹੋ ਕੰਪੇਨਿੰਗ ਤੇ, ਕਿੱਦਾਂ ਦਾ ਲੱਗਦਾ, ਕਿੱਦਾਂ ਦਾ ਹੁੰਗਾਰਾ ਮਿਲਦਾ? ਹੰਗਾਰਾ ਠੀਕ ਹੀ ਮਿਲਦਾ, ਕੱਢ ਜੇਗਾ। ਬੜੇ ਬੜੇ ਵੱਡੇ ਲੀਡਰ ਆ ਇੱਥੇ, ਜਿਹੜੇ ਬੜੇ ਬੜੇ ਵੱਡੇ ਲੀਡਰ ਆ, ਪੁਰਾਣੇ ਲੀਡਰ ਆ ਖਲੋਤੇ ਇਹਨਾਂ ਦੇ ਨਾਲ, ਪਰ ਉਹਨਾਂ ਦੇ ਵਿੱਚੋਂ ਨਿਕਲਣਾ ਬੜਾ ਵੱਡਾ ਗਰਾਊਂਡ ਲੈਵਲ ਤੋਂ ਉੱਠ ਕੇ ਬਾਹਰ ਨਿਕਲਣਾ ਇੱਕ ਬੜੀ ਵੱਡੀ ਬਣ ਜਾਂਦੀ ਹੈ ਗੱਲ। ਚਲੋ ਵੇਖੋ ਉਹ ਤੇ ਨਿਕਲੇਗਾ, ਆਪ ਨੂੰ ਵੀ ਆਸ ਆ। ਜਿਹੜੀ ਆਪਣੇ ਇਹਨਾਂ ਨੇ ਕਲਿਆਰਿਆ ਵਾ ਪਾਰਟੀ ਨੇ, ਉਹਨਾਂ ਦਾ ਬਹੁਤ ਧੰਨਵਾਦ ਆ। ਦੇ ਪਰੇ ਉਹਨਾਂ ਨੇ ਚਾੜਨਾ। ਤੁਸੀਂ ਫਿਰ ਜਾਂਦੇ ਹੋ ਤੇ ਫਿਰ ਤੁਸੀਂ ਵੀ ਵੋਟਾਂ ਮੰਗਦੇ ਹੋ ਹੱਥ ਜੋੜ ਕੇ, ਫਿਰ ਮੰਗਣੀਆਂ ਪੈਣੀਆਂ ਬੇਟੇ ਪਿੱਛੇ? ਹਾਂਜੀ ਹਾਂਜੀ, ਉਹ ਤਾਂ ਮੰਗਣੀਆਂ ਪੈਣੀਆਂ, ਮੰਗਣੀਆਂ ਪੈਣੀਆਂ। ਵੋਟ ਤਾਂ ਮੰਗਣੀ ਪੈਣੀ ਆ। ਫਿਰ ਕੀ ਕਹਿੰਦੇ ਹੋ ਜਾ ਕੇ ਉੱਥੇ ਲੋਕਾਂ ਨੂੰ? ਤੁਸੀਂ ਜਦੋਂ ਵੋਟ ਮੰਗਦੇ ਹੋ ਕਿੱਦਾਂ ਮੰਗਦੇ ਹੋ? ਫਿਰ ਜਾ ਕੇ ਕੀ ਕਹਿੰਦੇ ਹੋ? ਕੁਛ ਨਹੀਂ। ਨਹੀਂ, ਵੋਟ ਤਾਂ ਮੰਗਦੇ ਹੋ ਨਾ ਮਾਤਾ ਜੀ, ਕਿੱਦਾਂ ਮੰਗਦੇ ਹੋ ਜਾ ਕੇ? ਆਖਰ ਵੋਟ ਮੰਗਦੇ ਹੋ ਜਾ ਕੇ, ਕਿਸੇ ਦੇ ਬੂਹੇ ਅੱਗੇ ਜਾਂਦੇ ਆ ਆਪਾਂ, ਕਿਸੇ ਦੇ ਦਰਵਾਜ਼ੇ 'ਤੇ ਜਾਂਦੇ ਆ। ਹੁਣ ਜਿਸ ਤਰ੍ਹਾਂ ਲੀਡਰ ਆਉਂਦੇ ਨੇ ਆਣ ਕੇ ਹੱਥ ਜੋੜ ਜੋੜ ਕੇ ਵੋਟਾਂ ਮੰਗਦੇ ਨੇ, ਤੁਹਾਨੂੰ ਵੀ ਹੱਥ ਜੋੜਨੇ ਪੈਂਦੇ ਫਿਰ? ਹੱਥ ਜੋੜਨੇ ਪੈਂਦੇ ਜੇ। ਇਹ ਜਿਹੜਾ ਕਦਮ ਚੁੱਕਿਆ ਜੇ, ਇਹਦੇ ਗਾੜੀ ਹੱਥ ਜੋੜਨੇ ਪੈਂਦੇ ਆ। ਘਰ ਘਰ ਜਾ ਕੇ ਹੱਥ ਜੋੜਨੇ ਆ, ਵੋਟ ਮੰਗਣੀ ਆ। ਇਹ ਬੜੀ ਹਿੰਮਤ ਦੀ ਗੱਲ ਆ, ਤੇ ਜੋੜਨੇ ਪੈਂਦੇ ਆ। ਹੱਥਾਂ ਦੇ ਹੱਥ ਨਾ ਜੋੜਾਂਗੇ ਤੇ ਫਿਰ ਆਪਾਂ ਕਾਮਯਾਬ ਨਹੀਂ ਹੋ ਸਕਦੇ। ਨੂੰ ਤੁਹਾਡੀ ਵੀ ਜਾਂਦੀ ਨਾਲ ਕਿ ਨਹੀਂ, ਘਰ ਵਾਲੀ ਇਹਨਾਂ ਦੀ ਸੁਖਚੈਨ ਦੀ? ਨਹੀਂ ਕਿਉਂ ਉਹਨਾਂ ਨੂੰ ਚੰਗਾ ਨਹੀਂ ਲੱਗਾ ਕਿ ਵੋਟਾਂ ਦੇ ਨਹੀਂ, ਚੰਗਾ ਲੱਗਾ ਜੇ ਬੱਚੇ ਛੋਟੇ ਆ। ਬੱਚਿਆਂ ਛੋਟਿਆਂ ਕਰਕੇ ਫਿਰ ਘਰ ਵੀ ਤੁਹਾਨੂੰ ਪਤਾ ਰਹਿਣਾ ਪੈਂਦਾ। ਵੇਖੋ ਜੀ, ਮਾਂ ਪੁੱਤ ਵੱਲੋਂ ਜਾ ਕੇ ਕੰਪੇਨਿੰਗ ਕੀਤੀ ਜਾਂਦੀ ਹੈ। ਸੋ ਜਾ ਕੇ ਤੁਹਾਨੂੰ ਇੱਕ ਵਾਰੀ ਮੈਂ ਤਸਵੀਰਾਂ ਸਾਂਝੀਆਂ ਕਰ ਦਈਏ, ਸੁਖਚੈਨ ਦੇ ਨਾਲ ਹੀ ਚੱਲਦੇ ਹਾਂ ਗੱਲਬਾਤ ਕਰਦੇ ਕਰਦੇ ਨਾਲੇ, ਤੇ ਤਸਵੀਰ ਵਿਖਾ ਦਈਏ ਗੱਡੀ ਦੇ ਪਿੱਛੇ ਜਿਹੜਾ ਸਲੋਗਨ ਇੱਕ ਲਿਖਿਆ ਗਿਆ ਹੈ। ਇਹ ਲਿਖਿਆ ਵਾ, ਅਸੀਂ ਉੱਡਦੇ ਆਸਰੇ ਤੇਰੇ। ਇਹਦਾ ਮੈਨੂੰ ਮਤਲਬ ਦੱਸ ਦਿਓ, ਗੱਡੀ ਉੱਡਦੀ ਆਸਰੇ ਕਿ ਜਾਂ ਤੁਸੀਂ ਆਸਰੇ ਉੱਡਦੇ ਹੋ? ਇਸ ਲਈ ਮੈਂ ਗੱਲ ਕਰਾਂਗੇ ਅੱਜ ਤੋਂ ਕੋਈ 15-20 ਸਾਲ ਪੁਰਾਣੀ ਗੱਲ ਕਰਾਂਗਾ ਜੀ। ਉਹ ਵੀ ਸਮਾਂ ਸੀ ਜਦੋਂ ਕੋਈ ਝੂਟਾ ਲੈਣਾ ਸੀ ਸਾਈਕਲ, ਕਈ ਦਾ ਹੀ ਬਣੀ ਜਾਂ 20 ਝੂਟਾ ਦੇ ਮੇਰਾ ਸਾਈਕਲ 'ਤੇ ਝੂਟਾ ਲੈਣਾ ਵਾ ਜੀ, ਮੰਗ ਕੇ ਕਰੀਦਾ ਸੀ।
ਇਹ ਫਿਰ ਉਸ ਤੋਂ ਬਾਅਦ ਚਲੋ ਪ੍ਰਮਾਤਮਾ ਦੀ ਮੈਰਿਜ ਹੋਈ ਤੇ ਚਲੋ ਥੋੜੇ ਜੇ ਚੇਂਜ ਹੋ ਗਏ ਹਾਲਾਤ ਤੇ ਫਿਰ ਪ੍ਰਮਾਤਮਾ ਨੇ ਚਲੋ ਇਸ ਪਾਸੇ ਗੱਡੀ ਵਾਲੇ ਪਾਸੇ ਤੋਰ ਲਿਆ, ਮੋਟਰਸਾਈਕਲ ਤੇ ਆ ਗਏ, ਸਾਰਾ ਕੁਝ ਕੀਤਾ ਤੇ ਉਹਦੇ ਭਰੋਸਾ ਹੀ। ਉਸ ਤੋਂ ਬਾਅਦ ਮਨ 'ਚ ਇੱਕ ਕਿਤੇ ਨਕਮਸਤ ਹੋਣ ਗਏ ਆਪਾਂ ਗੁਰਦੁਆਰਾ ਧਾਰਮਿਕ ਜਾ ਮੱਥਾ ਟੇਕਿਆ ਫੈਮਿਲੀ ਨਾਲ ਤੇ ਦਿਮਾਗ 'ਚ ਜਦੋਂ ਲਾਗੋਂ ਦੇ ਮੋਟਰਸਾਈਕਲ ਤੇ ਲੰਘਦੇ ਸਾਂ ਤੇ ਕਦੀ ਕੋਈ ਗੱਡੀ ਵਾਲਾ ਜਾਂਦਾ ਸੀ, ਵੱਡੀ ਗੱਡੀ ਵਾਲਾ, ਉਹ ਚਿੱਕੜ ਡੰਗ ਛਿੱਟਾ ਪਾ ਜਾਂਦਾ ਸੀ, ਕਦੀ ਹਵਾ ਘੱਟਾ ਮਿੱਟੀ ਪਾ ਜਾਂਦਾ ਸੀ। ਦਿਮਾਗ ਪਰਮਾਤਮਾ ਮਨ 'ਚ ਫੁਰਨਾ ਪਾਇਆ ਕਿ ਪਰਮਾਤਮਾ ਚਲੋ ਇਹ ਤੇਰਾ ਜੋ ਹੈ ਤੇਰਾ ਹੀ ਬਣਾ ਮਿਠਾਈ ਕਰ ਮੰਗਣਾ। ਅਸੀਂ ਫਿਰ ਪਰਮਾਤਮਾ ਦੇ ਉਸ ਚੀਜ਼ ਤੋਂ ਵਾਪਸ ਆਏ, ਪਰਮਾਤਮਾ ਨੇ ਥੋੜਾ ਗਾਂ ਅੱਗੇ ਚੁੱਕਿਆ, ਗੱਡੀ ਤੱਕ ਲਿਆਂਦਾ ਤੇ ਸੋ ਇਸ ਕਰਕੇ ਗੱਡੀ ਦੇ ਮਗਰ ਇਸੇ ਕਿ ਲਿਖਿਆ ਅਸੀਂ ਉੜਦੇ ਆਸਰੇ ਤਾਰੇ ਤੇਰੇ ਹੀ ਆਸਰਾ ਵਾ ਬਸ। ਇਹ ਇੱਥੋਂ ਤੱਕ ਵੀ ਲਿਆਂਦਾ ਵਾ, ਅੱਜ ਤੱਕ ਇੱਥੋਂ ਪਹੁੰਚੇ ਤੇ ਸਰ ਉਹਦੇ ਆਸਰੇ ਤੇ ਆ। ਜੇ ਕਹੀਏ ਜਾਂ ਆਪਣੇ ਕੰਮ ਦੇ ਬੇਸ ਤੇ ਜਾਂ ਉਹਦੇ ਪਰਮਾਤਮਾ ਸਭ ਤੋਂ ਵੱਡਾ ਪਰਮਾਤਮਾ ਭਰੋਸਾ, ਉਹ ਚਾਹਵੇ ਤੇ 1 ਮਿੰਟ 'ਚ ਉਹਦੀ ਲੱਖੋਂ ਕੱਖ ਦੇ ਕੱਖੋਂ ਲੱਖ ਕਰ ਦਿੰਦਾ ਵਾ। ਇਹ ਤੇ ਹੁਣ ਇੱਕ ਰਹਿ ਗਿਆ ਦਿਖਾਵਾ ਹੀ ਰਹਿ ਗਿਆ ਜਨਤਾ ਦਾ ਜੀ, ਉਹ ਪੈਸੇ ਨਾਲ ਕੁਝ ਨਹੀਂ ਹੈਗਾ। ਮੈਂ ਤਾਂ ਜੋ ਮੇਰੀ ਆਪਣੀ ਸੋਚ ਆ, ਪੈਸਾ ਨਹੀਂ, ਪੈਸੇ ਨਾਲ ਕੁਝ ਨਹੀਂ ਹੋ ਸਕਦਾ। ਚਾਹਵੇ ਉਹ ਪਰਮਾਤਮਾ ਚਾਹਵੇ ਤੇ 1 ਮਿੰਟ ਤੇ ਉਹ ਰਾਜ ਤੋਂ ਰੰਗਾ ਉਸ ਵੇਲੇ ਕਰ ਦਿੰਦਾ ਜੀ, ਜ਼ੀਰੋ ਕਰ ਦਿੰਦਾ ਜੀ ਉਹ। ਬਿਲਕੁਲ ਜੀ, ਭਾ ਨੇ ਬੜੀਆਂ ਵਧੀਆ ਗੱਲ ਕਹੀ ਹੈ ਕਿ ਇਹਦੇ ਆਸਰੇ ਨਾਲ ਹੀ ਅਸੀਂ ਸਾਰੇ ਉੱਡਦੇ ਆ, ਚਾਹੇ ਮੇਰੀ ਮਸ਼ੀਨਰੀ ਆ ਚਾਹੇ ਮੈਂ ਵਾਂ। ਸੋ ਉਹ ਪੁਲਿਸ ਅਧਿਕਾਰੀ ਨਾਲ ਗੱਲ ਕਰਦੇ ਆ, ਗਾਰਡ ਨਾਲ ਗੱਲ ਕਰਦੇ ਆ। ਗਾਰਡ ਸਾਹਿਬ ਤੁਹਾਨੂੰ ਰੋਜ਼ ਤਾਂ ਨਹੀਂ ਧੱਕਾ ਲਾਉਣਾ ਪੈਂਦਾ ਕਿ ਅੱਜ ਹੀ ਲਾਇਆ ਜੀ? ਨਹੀਂ ਅੱਜ ਹੀ ਲਾਇਆ ਕਰੀ ਕਿ ਅਗਾ ਅੱਜ ਹੀ ਲਾਇਆ ਜੀ। ਕਿੱਦਾਂ ਦਾ ਲੱਗਾ ਫਿਰ ਧੱਕਾ ਲਾਣਾ? ਕਿਉਂਕਿ ਸੁਖਚੈਨ ਲਈ ਭੇਜਿਆ ਤੁਹਾਨੂੰ ਨਾਲ ਤੇ ਅੱਜ ਗੱਡੀ ਨੂੰ ਵੀ ਲਾਣਾ ਪਿਆ ਤਾਂ ਮੈਂ ਗੱਡੀ ਦੀ ਵੀ ਰਾਖੀ ਕਰੋਗੇ ਤੇ ਇਹਦੀ ਵੀ ਕਰੋਗੇ? MLA ਸਾਹਿਬ ਕਰਨਾ ਪੈਂਦਾ ਹੈ ਮੁੜ ਕੇ ਜੀ, ਫਿਰ ਜੋ ਗਨਮੈਨ ਲੱਗੇ ਜੋ ਕਰਨਾ ਉਹ ਕਰਨਾ ਪੈਂਦਾ MLA ਸਾਹਿਬ ਨਾਲ। ਮੁੜ ਕੇ ਜਦੋਂ ਜਿੱਤ ਗਏ ਤੇ ਮੁੜ ਕੇ ਤਾਂ ਤੁਹਾਨੂੰ ਰੱਖ ਲਿਆ ਨਾ ਨਾਲ ਤੇ ਫਿਰ ਮੁੜ ਕੇ ਤੁਹਾਨੂੰ ਨਾ ਕਿਤੇ ਗੱਲਾਂ ਕਰਨ ਸੁਣਨੀਆਂ ਪੈਣ। ਨਹੀਂ ਕੋਈ ਗੱਲ ਨਹੀਂ ਹੋ ਜੀ, ਕੋਈ ਗੱਲ ਨਹੀਂ ਹੋ ਜੀ। ਬਿਲਕੁਲ ਜੀ, ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਜੇਕਰ ਮੈਨੂੰ ਉਹਨਾਂ ਦੇ ਨਾਲ ਭੇਜਿਆ ਵਾ ਤੇ ਮੈਂ ਹੀ ਉਹਨਾਂ ਨੂੰ ਦੇਖਣਾ ਵਾ, ਚਾਹੇ ਉਹਨਾਂ ਦੀ ਮਸ਼ੀਨਰੀ ਆ ਚਾਹੇ ਸੁਖਚੈਨ ਸਿੰਘ ਆਪ ਨੇ। ਸੋ ਉਮੀਦ ਹੈ ਕਿ ਇਸ ਵੀਰ ਨੂੰ ਸੁਖਚੈਨ ਨੂੰ ਕਿ ਮੈਂ ਭਾਰੀ ਲੀਡ ਨਾਲ ਜਿੱਤ ਕੇ ਬਟਾਲੇ ਹਲਕੇ ਤੋਂ ਸੀਟ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਅਤੇ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸੁਖਚੈਨ ਸਿੰਘ ਦੀਆਂ ਇਹਨਾਂ ਆਸਾਂ ਨੂੰ ਪ੍ਰਮਾਤਮਾ ਪੂਰਾ ਕਰੇ। ਸੋ ਕੈਮਰਾਮੈਨ ਜਸਵਿੰਦਰ ਬੇਦੀ ਦੇ ਨਾਲ ਜਤਿੰਦਰ ਕੁੰਡਰ, ਪੰਜਾਬ ਨਿਊਜ਼, ਗੁਰਦਾਸਪੁਰ।